ਆਪਾਂ ਸਾਰੇ ਹੀ ਵੱਡਿਆਂ ਭਾਗਾਂ ਵਾਲੇ ਹਾਂ ਜੋ ਕਿ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਦਰਸ਼ਨ ਦੀਦਾਰ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਚਰਨ ਕਮਲਾਂ ਅੰਦਰ ਹਾਜ਼ਰੀਆਂ ਭਰ ਕੇ ਸਤ ਸੰਗਤ ਕਰਕੇ ਮਹਾਨ ਲਾਹਾ ਪ੍ਰਾਪਤ ਕਰ ਰਹੇ ਹਾਂ ਅਤੇ ਆਪਣੇ ਇਸ ਜੀਵਨ ਨੂੰ ਇਸ ਅਮੋਲਕ ਕੀਮਤੀ ਸਵਾਸਾਂ ਨੂੰ ਸਫਲ ਕਰ ਰਹੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਮਿਹਰਾਮਤ ਕਿਰਪਾ ਦੇ ਸਦਕਾ ਸੰਧਿਆ ਵੇਲੇ ਦੇ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਅੰਦਰ ਸ੍ਰੀ ਗੁਰ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਦਾ ਸਮਾਂ ਹੋਇਆ। ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪਾਵਨ ਇਤਿਹਾਸ ਚੱਲ ਰਿਹਾ ਹੈ। ਸੋ ਜਿਸ ਪ੍ਰਕਾਰ ਗੁਰੂ ਪਿਆਰੀ ਸੰਗਤ ਜੀ ਆਪਾਂ ਸਾਰਿਆਂ ਨੇ ਕੱਲ੍ਹ ਦੇ ਦੀਵਾਨ ਅੰਦਰ ਸ਼ਰਵਣ ਕੀਤਾ ਸੀ, ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਜਗਤ ਜਲੰਧੇ ਨੂੰ ਤਾਰਦੇ ਹੋਏ ਇੱਕ ਮੁਨਾਫਿਕ ਨਾਮ ਦੇ ਦੇਸ਼ ਵਿੱਚ ਗਏ ਹਨ। ਜਿਸ ਦੇਸ਼ ਦੇ ਲੋਕਾਂ ਨੂੰ ਪਰਮਾਤਮਾ ਬਾਰੇ ਕੁਝ ਵੀ ਪਤਾ ਨਹੀਂ ਸੀ, ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਵੀ ਸੁਣਿਆ ਨਹੀਂ ਸੀ, ਜਿਨ੍ਹਾਂ ਨੂੰ ਸਤ ਸੰਗਤ ਬਾਰੇ ਵੀ ਕੁਝ ਪਤਾ ਨਹੀਂ ਸੀ ਕਿ ਸਤ ਸੰਗਤ ਕੀ ਹੁੰਦੀ ਹੈ, ਰੱਬ ਕੀ ਹੁੰਦਾ, ਕੁਝ ਵੀ ਪਤਾ ਨਹੀਂ ਸੀ। ਸੋ ਇਸੇ ਕਰਕੇ ਉਸ ਦੇਸ਼ ਨੂੰ ਮੁਨਾਫਿਕ ਕਹਿ ਦਿੰਦੇ ਸੀ, ਜਿਨ੍ਹਾਂ ਨੂੰ ਪਰਮੇਸ਼ਰ ਬਾਰੇ ਕੁਝ ਵੀ ਨਾ ਪਤਾ ਹੋਵੇ। ਐਸੇ ਲੋਕਾਂ ਕਰਕੇ ਸੋ ਉਸ ਦੇਸ਼ ਦੇ ਲੋਕ ਖੇਤੀ ਕਰਦੇ ਸਨ ਤੇ ਜਿੱਥੇ ਖੂਹ ਅਤੇ ਨਦੀ ਦਾ ਵੀ ਕੋਈ ਬਹੁਤਾ ਪ੍ਰਬੰਧ ਹੈ ਨਹੀਂ ਸੀ ਖੇਤਾਂ ਨੂੰ ਪਾਣੀ ਲਾਉਣ ਵਾਸਤੇ, ਤੇ ਆਪਣੇ ਰਾਜੇ ਦੇ ਪਾਸ ਜਾਂਦੇ ਤੇ ਰਾਜੇ ਨੂੰ ਬੇਨਤੀ ਕਰਦੇ ਤੇ ਰਾਜਾ ਇੰਦਰ ਦਾ ਭਗਤ ਸੀ, ਇੰਦਰ ਦੇ ਮੰਤਰ ਪੜ੍ਹਦਾ ਤੇ ਵਰਖਾ ਹੁੰਦੀ ਤੇ ਉਸ ਦੇਸ਼ ਵਿੱਚ ਫਿਰ ਫਸਲ ਹੁੰਦੀ। ਭਾਵ ਵਰਖਾ ਦੇ ਆਸਰੇ ਸਨ ਸਾਰੇ, ਤੇ ਇਸ ਕਰਕੇ ਰਾਜੇ ਨੂੰ ਹੀ ਪਰਮੇਸ਼ਰ ਮੰਨ ਕੇ ਉਸ ਦੀ ਪੂਜਾ ਕਰਦੇ। ਹੋਰ ਪਰਮੇਸ਼ਰ ਬਾਰੇ ਉਹਨਾਂ ਨੂੰ ਕੋਈ ਗਿਆਨ ਨਹੀਂ ਸੀ। ਉਸ ਦੇਸ਼ ਦੇ ਲੋਕਾਂ ਦੀ ਐਸੀ ਹਾਲਤ ਦੇਖ ਕੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਹਿਰਦੇ ਅੰਦਰ ਦਇਆ ਪੈਦਾ ਹੋਈ। ਦਇਆ ਦੇ ਘਰ ਵਿੱਚ ਆਏ ਪਾਤਸ਼ਾਹ ਜੀ ਨੇ ਦੇਖਿਆ ਕਿ ਇਹ ਲੋਕ ਤਾਂ ਪਰਮੇਸ਼ਰ ਬਾਰੇ ਜਾਣਦੇ ਨਹੀਂ, ਨਾ ਸਤ ਸੰਗਤ ਕਰਦੇ ਹਨ, ਨਾ ਨਾਮ ਜਪਦੇ ਹਨ। ਇਹ ਸਾਰੇ ਨਰਕਾਂ ਵਿੱਚ ਜਾਣਗੇ, ਬਹੁਤ ਭਾਰੀ ਦੁੱਖ ਪ੍ਰਾਪਤ ਕਰਨਗੇ। ਉਹਨਾਂ ਜੀਵਾਂ ਉੱਪਰ ਦਇਆ ਕਰਨ ਵਾਸਤੇ ਪਾਤਸ਼ਾਹ ਮਹਾਰਾਜ ਇੱਕ ਜ਼ਿਮੀਂਦਾਰ ਦੇ ਖੇਤ ਦੇ ਪਾਸ ਇੱਕ ਦਰਖਤ ਹੇਠ ਬੈਠ ਗਏ। ਜਿਸ ਦਿਨ ਤੋਂ ਸਤਿਗੁਰੂ ਮਹਾਰਾਜ ਉਸ ਦੇਸ਼ ਦੀ ਹੱਦ ਵਿੱਚ ਬੈਠ ਗਏ, ਉਸ ਦਿਨ ਤੋਂ ਉਸ ਦੇਸ਼ ਵਿੱਚ ਵਰਖਾ ਨਾ ਹੋਈ। ਸਾਰੇ ਉਸ ਦੇਸ਼ ਦੇ ਲੋਕ ਮਿਲ ਕਰਕੇ ਰਾਜੇ ਦੇ ਪਾਸ ਗਏ। ਰਾਜੇ ਨੇ ਧੀਰਜ ਦਿੱਤਾ ਕਿ ਜ਼ਰੂਰ ਵਰਖਾ ਹੋਵੇਗੀ। ਉਸਨੇ ਬਹੁਤ ਇੰਦਰ ਦੇ
ਮੰਤਰ ਪੜ੍ਹੇ ਬਰਖਾ ਨਾ ਹੋਈ। 3-4 ਦਿਨ ਬਤੀਤ ਹੋ ਗਏ, ਫਿਰ ਸਾਰੇ ਇਕੱਠੇ ਹੋ ਕੇ ਗਏ। ਫਿਰ ਰਾਜੇ ਨੇ ਧੀਰਜ ਦਿੱਤਾ, ਫਿਰ ਵੀ ਬਰਖਾ ਨਾ ਹੋਈ। 6-7 ਦਿਨ ਲੰਘ ਗਏ, ਸਾਰੇ ਚਿੰਤਾ ਦੇ ਸਹਿਤ ਹੋਏ। ਰਾਜੇ ਦੇ ਚਿਹਰੇ ਦੀ ਵੀ ਕ੍ਰਾਂਤੀ ਸੋਭਾ ਫਿੱਕੀ ਪੈ ਗਈ ਕਿ ਪਤਾ ਨਹੀਂ ਕੀ ਕਾਰਨ ਹੈ, ਬਰਖਾ ਕਿਉਂ ਨਹੀਂ ਹੋ ਰਹੀ। ਸਾਰਿਆਂ ਨੂੰ ਇਹ ਚਿੰਤਾ ਹੋ ਗਈ ਕਿ ਦੇਸ਼ ਵਿੱਚ ਹੁਣ ਕਾਲ ਪੈ ਗਿਆ, ਅਨਾਜ ਦੀ ਕਮੀ ਆ ਜਾਵੇਗੀ, ਕਿਉਂਕਿ ਬਰਖਾ ਹੋਣੀ ਨਹੀਂ ਹੈ ਅਤੇ ਅਨਾਜ ਫਿਰ ਕਿੱਥੋਂ ਪੈਦਾ ਹੋਵੇਗਾ। ਇਸ ਕਰਕੇ ਹੁਣ ਟੋਟਾ ਆ ਜਾਣਾ, ਅੰਨ ਦਾ ਕਾਲ ਪੈ ਜਾਣਾ। ਸਾਰੇ ਬੜੇ ਦੁਖੀ ਹਨ। ਹੁਣ ਜਿਸ ਜ਼ਿਮੀਂਦਾਰ ਦੇ ਖੇਤ ਦੇ ਪਾਸ ਸਤਿਗੁਰੂ ਮਹਾਰਾਜ ਜੀ ਬੈਠੇ ਹਨ, ਇੱਕ ਦਿਨ ਉਸ ਖੇਤ ਦਾ ਜ਼ਿਮੀਂਦਾਰ ਖੇਤ ਵਿੱਚ ਆਇਆ ਹੈ, ਬਹੁਤ ਚਿੰਤਾ ਦੇ ਸਹਿਤ ਹੈ। ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਪੁੱਛਿਆ, ਭਾਈ ਕਿਸ ਗੱਲ ਦੀ ਚਿੰਤਾ ਹੈ, ਬਹੁਤ ਦੁਖੀ ਲੱਗ ਰਿਹਾ ਹੈ। ਤਾਂ ਸਤਿਗੁਰੂ ਮਹਾਰਾਜ ਜੀ ਦਾ ਸਾਧੂ ਵਾਲਾ ਭੇਖ ਦੇਖ ਕਰਕੇ ਕਹਿਣ ਲੱਗਾ, ਸੰਤ ਜੀ, ਇਸ ਦੇਸ਼ ਵਿੱਚ ਸਾਰੀ ਖੇਤੀ ਬਰਖਾ ਦੇ ਆਸਰੇ ਹੈ ਅਤੇ ਰਾਜੇ ਦੇ ਕਹਿਣ 'ਤੇ ਬਰਖਾ ਹੁੰਦੀ ਸੀ, ਹੁਣ ਬਰਖਾ ਨਹੀਂ ਹੋ ਰਹੀ, ਦੇਸ਼ ਵਿੱਚ ਕਾਲ ਪੈ ਗਿਆ, ਅੰਨ ਦਾ ਟੋਟਾ ਆ ਗਿਆ ਹੈ, ਇਸ ਕਰਕੇ ਅਸੀਂ ਸਾਰੇ ਦੁਖੀ ਹਾਂ। ਤਾਂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਭਾਈ ਪਰਮੇਸ਼ਰ ਦਾ ਨਾਮ ਜਪ, ਪਰਮੇਸ਼ਰ ਦਾ ਨਾਮ ਜਪ ਕੇ ਅਤੇ ਫਿਰ ਉਸ ਅੱਗੇ ਅਰਦਾਸ ਕਰ, ਜਿਤਨੀ ਤੁਹਾਡੀ ਇੱਛਾ ਉਤਨੀ ਬਰਖਾ ਹੋਵੇਗੀ, ਸਾਰੇ ਖੇਤ ਹਰੇ ਭਰੇ ਹੋ ਜਾਣਗੇ, ਖੇਤੀ ਬੜੀ ਪ੍ਰਫੁੱਲਤ ਹੋਵੇਗੀ। ਤਾਂ ਉਹ ਜ਼ਿਮੀਂਦਾਰ ਕਹਿਣ ਲੱਗਾ, ਮਹਾਰਾਜ ਮੈਨੂੰ ਤਾਂ ਪਰਮੇਸ਼ਰ ਬਾਰੇ ਪਤਾ ਹੀ ਨਹੀਂ, ਇਸ ਦੇਸ਼ ਵਿੱਚ ਕਦੀ ਪਰਮੇਸ਼ਰ ਦਾ ਨਾਮ ਹੀ ਨਹੀਂ ਸੁਣਿਆ ਹੈ, ਅੱਜ ਤੁਹਾਡੇ ਮੁਖ ਤੋਂ ਸੁਣਿਆ ਹੈ। ਅਤੇ ਹੁਣ ਆਪ ਹੀ ਕਿਰਪਾ ਕਰਕੇ ਦੱਸੋ ਕਿਸ ਤਰ੍ਹਾਂ ਮੈਂ ਉਸ ਦਾ ਨਾਮ ਜਪਾਂ। ਤਾਂ ਪਾਤਸ਼ਾਹ ਕਹਿਣ ਲੱਗੇ, ਭਾਈ ਤੁਸੀਂ ਬਸ ਉਸ ਦਾ ਨਾਮ ਜਪੋ, ਇੱਛਾ ਆਪਣੇ ਆਪ ਪੂਰੀ ਹੋ ਜਾਵੇਗੀ। ਕਹਿਣ ਲੱਗਾ, ਮਹਾਰਾਜ ਨਾ ਤਾਂ ਉਸ ਨੂੰ ਇਹਨਾਂ ਨੇਤਰਾਂ ਨਾਲ ਕਦੀ ਦੇਖਿਆ ਹੀ ਹੈ, ਨਾ ਉਸਦੇ ਘਰ ਦਾ ਹੀ ਪਤਾ ਹੈ, ਨਾ ਕਦੀ ਕੰਨਾਂ ਨਾਲ ਸੁਣਿਆ ਹੈ, ਨਾ ਉਹ ਇਸ ਦੇਸ਼ ਵਿੱਚ ਪਰਮੇਸ਼ਰ ਕਦੀ ਆਇਆ ਹੀ ਹੈ, ਨਾ ਉਸਨੇ ਕਦੀ ਕਿਸੇ ਨੂੰ ਇੱਥੇ ਆ ਕੇ ਦਾਨ ਹੀ ਦਿੱਤਾ ਹੈ। ਅਤੇ ਜਿਸ ਬਾਰੇ ਪਤਾ ਹੀ ਨਹੀਂ ਹੈ, ਜਿਸ ਨੂੰ ਕਦੀ ਦੇਖਿਆ ਹੀ ਨਹੀਂ ਹੈ, ਉਹ ਸਾਡੀ ਇੱਛਾ ਕਿਸ ਤਰ੍ਹਾਂ ਪੂਰੀ ਕਰੇਗਾ, ਕਿਸ ਤਰ੍ਹਾਂ ਸਾਡੀ ਫਰਿਆਦ ਬੇਨਤੀ ਨੂੰ ਸੁਣੇਗਾ। ਤਾਂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਭਾਈ ਉਹ ਹਰ ਥਾਂ 'ਤੇ ਪਰਿਪੂਰਨ ਹੈ, ਹਰ ਥਾਂ 'ਤੇ ਵਿਆਪਕ ਹੈ। ਜਿੱਥੇ ਉਸ ਨੂੰ ਕੋਈ ਚੇਤੇ ਕਰਦਾ ਹੈ, ਉਹ ਉੱਥੇ ਹਾਜ਼ਰ ਹੋ ਜਾਂਦਾ ਹੈ। ਉਹੀ ਜੜ ਜੰਗਮ ਨੂੰ ਦਾਨ ਦਿੰਦਾ ਹੈ, ਆਉਣ ਜਾਣ ਤੋਂ ਰਹਿਤ ਹੈ। ਇਸ ਤਰ੍ਹਾਂ ਪਾਤਸ਼ਾਹ ਜੀ ਨੇ ਬਚਨ ਕਹੇ। ਫਿਰ ਮਹਾਰਾਜ ਕਹਿਣ ਲੱਗੇ ਕਿ ਹੇ ਜ਼ਿਮੀਂਦਾਰ, ਤੂੰ ਆਪਣੇ ਘਰ ਜਾ ਕਰਕੇ ਹਲ ਲਿਆਉਣਾ ਕਰ, ਹਲ ਲਿਆ ਕੇ ਇਸ ਖੇਤ ਨੂੰ ਚੰਗੀ ਤਰ੍ਹਾਂ ਵਾਹ ਕਰਕੇ ਇਸ ਵਿੱਚ ਬੀਜ ਬੀਜਣਾ ਕਰ। ਸਤਿਗੁਰੂ ਮਹਾਰਾਜ ਜੀ ਨੇ ਸੰਤ ਸਰੂਪ ਧਾਰਿਆ ਹੋਇਆ ਸੀ, ਬਚਨ ਮੰਨ ਕੇ ਗਿਆ ਅਤੇ ਜਾ ਕੇ ਨਗਰ ਦੇ ਲੋਕਾਂ ਨੂੰ ਦੱਸਿਆ ਕਿ ਇਸ ਤਰ੍ਹਾਂ ਬਾਹਰ ਮੇਰੇ ਖੇਤ ਦੇ ਪਾਸ ਇੱਕ ਸੰਤ ਬੈਠੇ ਹੋਏ ਹਨ, ਉਹਨਾਂ ਨੇ ਇਸ ਤਰ੍ਹਾਂ ਬਚਨ ਕਹੇ ਹਨ ਕਿ ਹਲ ਲਿਆ ਕੇ ਚੰਗੀ ਤਰ੍ਹਾਂ ਖੇਤ ਨੂੰ ਵਾਹ ਕੇ ਬੀਜ ਬੀਜਣਾ ਕਰ, ਫਸਲ ਹੋਵੇਗੀ। ਇਹ ਗੱਲ ਸੁਣ ਕਰਕੇ ਸਾਰੇ ਨਗਰ ਦੇ ਲੋਕ ਉਸ ਉੱਪਰ ਹੱਸੇ ਕਿ ਤੂੰ ਬੁੱਧੀ ਤੋਂ ਹੀਣ ਹੈ, ਮੂਰਖ ਹੈ, ਬਿਨਾਂ ਬਰਖਾ ਤੋਂ ਬਿਨਾਂ ਪਾਣੀ ਤੋਂ ਕਿਸ ਪ੍ਰਕਾਰ ਖੇਤੀ ਹੋ ਜਾਵੇਗੀ। ਤੂੰ
ਸਾਧੂ ਦੇ ਬਚਨ ਮੰਨ ਕੇ ਆਪਣਾ ਘਰ ਭਰ ਲੈਣਾ, ਕਰ ਫਸਲ ਬੀਜ ਕੇ। ਐਸੇ ਬਚਨ ਕਹਿ ਕੇ ਉਸ ਦੇ ਨਾਲ ਹਾਸਾ ਕੀਤਾ। ਉਸ ਦਾ ਧੀਰਜ ਛੁੱਟਿਆ। ਫਿਰ ਮਹਾਰਾਜ ਜੀ ਦੇ ਪਾਸ ਆਇਆ, ਬੇਨਤੀ ਕੀਤੀ ਹੈ। ਪਾਤਸ਼ਾਹ ਮਹਾਰਾਜ ਨੇ ਕਿਰਪਾ ਕਰਕੇ ਉਸ ਨੂੰ ਧੀਰਜ ਦਿੱਤਾ ਕਿ ਅਸੀਂ ਤੇਰੇ ਜਾਮਣ ਹਾਂ। ਜੇ ਤੇਰਾ ਬੀਜ ਬੀਜਿਆ ਖਰਾਬ ਹੋਵੇਗਾ, ਵਿਅਰਥ ਜਾਵੇਗਾ, ਉਤਨਾ ਬੀਜ ਅਸੀਂ ਦੇਵਾਂਗੇ। ਤੂੰ ਇੱਕ ਵਾਰੀ ਘਰੋਂ ਹੜ ਲਿਆ ਕੇ ਬੀਜ ਬੀਜਣਾ ਕਰ। ਸਤਿਗੁਰੂ ਮਹਾਰਾਜ ਜੀ ਦੇ ਬਚਨਾਂ 'ਤੇ ਭਰੋਸਾ ਰੱਖ ਕੇ ਆਪਣੇ ਘਰੋਂ ਹੜ ਲਿਆ ਕਰਕੇ ਕਣਕ ਬੀਜ ਦਿੱਤੀ ਆਪਣੇ ਖੇਤ ਵਿੱਚ। ਤੇ ਜਦੋਂ ਰਾਤ ਨੂੰ ਘਰ ਗਿਆ ਹੈ, ਰਾਤ ਬਤੀਤ ਕੀਤੀ ਹੈ, ਸਵੇਰੇ ਆਇਆ ਹੈ ਤੇ ਉਹ ਖੇਤੀ ਵਿੱਚ ਕਣਕ ਉੱਗੀ ਪਈ ਹੈ। ਸਾਰੇ ਪਾਸੇ ਹਰਿਆਵਲ ਹੀ ਹਰਿਆਵਲ ਹੈ। ਇਸ ਤਰ੍ਹਾਂ ਹਰੀ ਭਰੀ ਸੀ, ਮਾਨੋ ਜਿਵੇਂ ਬਹੁਤ ਦਿਨ ਦੀ ਬੀਜੀ ਹੋਵੇ ਤੇ ਬਹੁਤ ਦਿਨਾਂ ਤੋਂ ਪਾਣੀ ਨਾਲ ਉਸ ਨੂੰ ਸਿੰਜਿਆ ਹੋਵੇ। ਸਾਰੇ ਇਹ ਕੌਤਕ ਦੇਖ ਕੇ ਹੈਰਾਨ ਹਨ। ਸਾਰੇ ਨਗਰ ਦੇ ਲੋਕ ਸਤਿਗੁਰੂ ਪਾਸ ਆਏ, ਬੇਨਤੀ ਕੀਤੀ। ਉਸੇ ਤਰ੍ਹਾਂ ਮਹਾਰਾਜ ਜੀ ਨੇ ਸਾਰਿਆਂ ਦੀ ਆਸ ਪੂਰੀ ਕੀਤੀ। ਸਾਰਿਆਂ ਨੇ ਕਣਕ ਬੀਜੀ, ਹਰੀ ਭਰੀ ਹੋ ਗਈ ਬਿਨਾਂ ਕਿਸੇ ਬੱਦਲ ਤੋਂ। ਇਹ ਸਤਿਗੁਰੂ ਮਹਾਰਾਜ ਜੀ ਸਮਰੱਥਾਵਾਨ ਹਨ। ਉਸ ਵਕਤ ਸਾਰਿਆਂ ਨੇ ਫਿਰ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਵਰਖਾ ਕਿਸ ਪ੍ਰਕਾਰ ਹੋਵੇਗੀ, ਮੀਂਹ ਕਿਵੇਂ ਪਏਗਾ, ਇਸ ਦਾ ਢੰਗ ਤਰੀਕਾ ਦੱਸੋ। ਉਸ ਵਕਤ ਕਿਰਪਾਲੂ ਦਿਆਲੂ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਭਾਈ ਸਭ ਤੋਂ ਪਹਿਲਾਂ ਸਾਰੇ ਲੋਕ ਇੱਕ ਥਾਂ 'ਤੇ ਇਕੱਠੇ ਹੋ ਕੇ ਪੂਰਨ ਮਰਿਆਦਾ ਨਾਲ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਫਿਰ ਖੜੇ ਹੋ ਕੇ ਦੋਵੇਂ ਹੱਥ ਜੋੜ ਕੇ ਪਰਮੇਸ਼ਰ ਅੱਗੇ ਅਰਦਾਸ ਕਰੋ ਤੇ ਉਸ ਪਾਸੋਂ ਵਰਖਾ ਦੀ ਦਾਤ ਮੰਗੋ, ਵਰਖਾ ਬਹੁਤ ਹੋਵੇਗੀ। ਸਾਰਿਆਂ ਨੇ ਸਤਿਗੁਰੂ ਪਾਤਸ਼ਾਹ ਜੀ ਦਾ ਬਚਨ ਮੰਨ ਕੇ ਇਸੇ ਤਰ੍ਹਾਂ ਹੀ ਕੀਤਾ। ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕੀਤੀ, ਵਾਹਿਗੁਰੂ ਦਾ ਨਾਮ ਜਪਿਆ, ਫਿਰ ਧਰਤੀ 'ਤੇ ਮੱਥੇ ਲਾ ਕੇ ਨਮਸਕਾਰ ਕੀਤੀ, ਵਰਖਾ ਦੀ ਦਾਤ ਮੰਗੀ। ਉਸੇ ਵਕਤ ਹੀ ਬੜੇ ਭਿਆਨਕ ਬੱਦਲ ਉੱਠੇ, ਕਾਲੀਆਂ ਘਟਾਵਾਂ ਆਕਾਸ਼ ਵਿੱਚ ਛਾ ਗਈਆਂ, ਬਹੁਤ ਮੀਂਹ ਪਿਆ। ਜਿਤਨਾ ਉਸ ਦੇਸ਼ ਵਿੱਚ ਕਾਲ ਪਿਆ ਹੋਇਆ ਸੀ ਮੀਂਹ ਕਾਰਨ, ਇਸ ਦੇਸ਼ ਦੇ ਵਿੱਚ ਕਾਲ ਪੈਣ ਦਾ ਜਿਹੜਾ ਡਰ ਸੀ ਉਹ ਸਾਰਾ ਮਹਾਰਾਜ ਜੀ ਨੇ ਦੂਰ ਕਰ ਦਿੱਤਾ। ਸਾਰਿਆਂ ਨੂੰ, ਜਿਹੜੇ ਕੋਈ ਰਾਜੇ ਨੂੰ ਹੀ ਰੱਬ ਮੰਨ ਕੇ ਪੂਜਾ ਕਰਦੇ ਸਨ, ਪਰਮੇਸ਼ਰ ਦੇ ਲੜ ਲਾਇਆ, ਪਰਮੇਸ਼ਰ ਦੀ ਹੋਂਦ ਬਾਰੇ ਉਹਨਾਂ ਨੂੰ ਸਮਝਾਇਆ ਕਿ ਭਾਈ ਪਰਮੇਸ਼ਰ ਦੀ ਪੂਜਾ ਕਰਨੀ ਹੈ। ਇਸੇ ਤਰ੍ਹਾਂ ਜਿਸ ਵਕਤ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਤਖਤ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ 'ਤੇ ਬੈਠੇ ਸਨ, ਤਾਂ ਉਸ ਵਕਤ ਆਪਣੇ ਸਾਰੇ ਸਿੱਖਾਂ ਦੀਆਂ ਇਛਾਵਾਂ ਪੂਰੀਆਂ ਕਰ ਰਹੇ ਸਨ। ਤਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਭਾਈ ਡੱਲੇ ਨੂੰ ਕਹਿੰਦੇ ਕਿ ਤੇਰੀ ਵੀ ਕੋਈ ਇੱਛਾ ਹੈ, ਤੂੰ ਵੀ ਮੰਗਣਾ ਕਰ। ਤਾਂ ਉਸ ਵਕਤ ਭਾਈ ਡੱਲਾ ਜੀ ਕਹਿਣ ਲੱਗੇ, ਮਹਾਰਾਜ ਬਹੁਤ ਲੰਮਾ ਸਮਾਂ ਬਤੀਤ ਹੋ ਗਿਆ, ਮੀਂਹ ਨਹੀਂ ਪਿਆ, ਔੜ ਲੱਗੀ ਹੋਈ ਹੈ, ਖੇਤੀਆਂ ਸੁੱਕ ਚੱਲੀਆਂ ਹਨ, ਗਾਵਾਂ ਮੱਝੀਆਂ ਬਿਨਾਂ ਪਾਣੀ ਤੋਂ ਪਿਆਸੀਆਂ ਮਰਨ ਲੱਗ ਪਈਆਂ ਹਨ। ਕਿਰਪਾ ਕਰੋ ਮੀਂਹ ਪਾਵੋ, ਕਿਉਂਕਿ ਮਾਲਵੇ ਦੇਸ਼ ਵਿੱਚ ਸ਼ੁਰੂ ਤੋਂ ਹੀ ਪਾਣੀ ਦੀ ਬਹੁਤ ਜ਼ਿਆਦਾ ਤੰਗੀ ਰਹੀ ਹੈ। ਤਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਭਾਈ ਕੋਈ ਬੱਦਲ ਸਾਡੇ ਕੱਛ ਵਿੱਚ ਨਹੀਂ ਹੈ, ਅਸੀਂ ਆਪਣੀ ਮੁੱਠੀ ਵਿੱਚ ਬੰਦ ਨਹੀਂ ਕੀਤਾ ਹੋਇਆ ਬੱਦਲ। ਇਸ ਪ੍ਰਕਾਰ ਮਹਾਰਾਜ ਜੀ ਨੇ ਟਾਲ ਦਿੱਤਾ। ਦੂਜੇ ਦਿਨ ਫਿਰ ਮੰਗਣ ਲਈ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭਾਈ ਡੱਲੇ ਨੂੰ ਕਿਹਾ। ਭਾਈ ਡੱਲੇ ਨੇ ਫਿਰ ਮੀਂਹ ਦੀ ਦਾਤ ਹੀ ਮੰਗੀ। ਤੀਜੇ ਦਿਨ ਫਿਰ ਸਤਿਗੁਰਾਂ ਨੇ ਕਿਹਾ, ਭਾਈ ਡੱਲੇ ਨੇ ਫਿਰ ਵੀ ਵਰਖਾ ਦੀ ਦਾਤ ਹੀ ਮੰਗੀ।
ਤਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਭਾਈ ਇਹ ਸਾਡਾ ਜੋੜਾ ਲੈ ਜਾ ਤੇ ਸਾਡੇ ਜੋੜੇ ਨੂੰ ਆਕਾਸ਼ ਵੱਲ ਕਰਕੇ 7 ਵਾਰ ਇੰਦਰ ਦਾ ਨਾਮ ਲੈ ਕੇ ਕਹਿਣਾ ਕਰ ਕਿ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜੋੜਾ ਹੈ। ਜੇ ਵਰਖਾ ਨਾ ਕੀਤੀ ਤੇ ਆਪਣਾ ਹਿਸਾਬ ਲਾ ਲਵੇ। ਉਸ ਵਕਤ ਕਹਿੰਦੇ ਜਦੋਂ ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਦਾ ਬਚਨ ਮੰਨ ਕੇ ਕੀਤਾ, ਇਤਨੀ ਵਰਖਾ ਹੋਈ, ਜਿਤਨੇ ਨਾਲੇ ਟੋਭੇ ਛੱਪੜ ਸਨ ਸਭ ਭਰ ਗਏ। ਕਿਉਂਕਿ ਮਾਲਵਾ ਦੇਸ਼ ਵਰਖਾ ਦੇ ਆਸਰੇ ਜ਼ਿਆਦਾ ਰਹਿੰਦਾ ਸੀ, ਹੁਣ ਤਾਂ ਪਾਣੀ ਦਾ ਬਹੁਤ ਪ੍ਰਬੰਧ ਹੋ ਗਿਆ। ਸੋ ਇਹ ਸਤਿਗੁਰੂ ਮਹਾਰਾਜ ਜੀ ਦੇ ਬਚਨਾਂ ਦਾ ਪ੍ਰਤਾਪ ਸੀ। ਇਹ ਜੋੜੇ ਦੀ ਇਤਨੀ ਕਰਾਮਾਤ ਸੀ। ਫਿਰ ਮੀਂਹ ਹਟਣ 'ਤੇ ਨਾ ਆਵੇ। ਫਿਰ ਬੇਨਤੀ ਕੀਤੀ, ਮਹਾਰਾਜ ਮੀਂਹ ਹਟਾਵੋ। ਫਿਰ ਸਤਿਗੁਰੂ ਜੀ ਨੇ ਕਿਹਾ ਕਿ ਉਸੇ ਤਰ੍ਹਾਂ ਹੀ ਕਰ। ਫਿਰ 7 ਵਾਰ ਇੰਦਰ ਦਾ ਨਾਮ ਲੈ ਕੇ ਮਹਾਰਾਜ ਜੀ ਦਾ ਜੋੜਾ ਆਕਾਸ਼ ਵੱਲ ਨੂੰ ਕੀਤਾ, ਮੀਂਹ ਬੰਦ ਹੋਇਆ। ਸੋ ਇਸ ਪ੍ਰਕਾਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉੱਥੋਂ ਦੇ ਲੋਕਾਂ ਨੂੰ ਮਨੁੱਖ ਦੀ ਪੂਜਾ, ਰਾਜੇ ਦੀ ਪੂਜਾ ਜਿਸ ਨੂੰ ਪਰਮੇਸ਼ਰ ਸਮਝ ਕੇ ਕਰਦੇ ਸਨ, ਉਹ ਹਟਾਇਆ, ਪਰਮੇਸ਼ਰ ਨਾਲ ਜੋੜਿਆ। ਕਿਉਂਕਿ ਬਾਣੀ ਅੰਦਰ ਬਚਨ ਹੈ ਨਾ, ਮੀਂਹੋ ਪਿਆ ਪਰਮੇਸ਼ਰ ਪਾਇਆ, ਜੀਅ ਜੰਤ ਸਭ ਸੁਖੀ ਵਸਾਇਆ। ਜਿਸ ਕਾ ਹੁਕਮ ਇੰਦ ਵਰਸਦਾ, ਤਿਸ ਕਾ ਸਦ ਬਲਿਹਾਰੈ ਜਾਓ। ਕਿ ਜਿਸ ਦੇ ਹੁਕਮ ਵਿੱਚ ਇੰਦਰ ਵਰਖਾ ਕਰਦਾ, ਉਸ ਤੋਂ ਬਲਿਹਾਰ ਜਾਣਾ ਚਾਹੀਦਾ। ਉਸ ਵਾਹਿਗੁਰੂ ਦੀ ਪੂਜਾ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਮਹਾਰਾਜ ਨੇ ਇਹਨਾਂ ਦਾ ਸਾਰਾ ਜਿਹੜਾ ਡਰ ਹੈ ਦੂਰ ਕੀਤਾ, ਪਰਮੇਸ਼ਰ ਨਾਲ ਜੋੜਿਆ। ਇਹ ਆਪਾਂ ਸਾਰਾ ਪ੍ਰਸੰਗ ਕੱਲ੍ਹ ਦੇ ਦੀਵਾਨ ਅੰਦਰ ਸ਼ਰਵਣ ਕੀਤਾ ਸੀ। ਅੱਜ ਜਿਸ ਪ੍ਰਕਾਰ ਅੱਗੇ ਪਾਵਨ ਕਥਾ ਆ ਰਹੀ ਹੈ, ਆਓ ਆਪਾਂ ਸਾਰੇ ਹੀ ਮਨ ਬਿਰਤੀਆਂ ਇਕਾਗਰ ਕਰਕੇ ਪੂਰਨ ਸ਼ਰਧਾ ਪ੍ਰੇਮ ਭਾਵਨਾ ਦੇ ਸਹਿਤ ਆਪਣੀ ਸੁਰਤੀ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਚਰਨ ਕਮਲਾਂ ਅੰਦਰ ਜੋੜ ਕੇ ਸ਼ਰਵਣ ਕਰੀਏ। ਕਥਾ ਆਰੰਭ ਕਰਨ ਤੋਂ ਪਹਿਲਾਂ ਸਾਰੇ ਹੀ ਉਚਾਰਨ ਕਰੀਏ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਨ ਕੈ ਮਹਿਮਾ ਮਹਿ ਪਾਲਕ ਸੋ। ਜਦੋਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਤਨਾ ਭਾਰੀ ਜਸ ਸੁਣਿਆ ਨਾ ਉੱਥੋਂ ਦੇ ਰਾਜੇ ਨੇ, ਤੇ ਸਤਿਗੁਰੂ ਜੀ ਨੇ ਇਸ ਪ੍ਰਕਾਰ ਵਰਖਾ ਕਰਵਾਈ, ਵਰਖਾ ਦੀ ਦਾਤ ਬਖਸ਼ੀ ਹੈ। ਤੇ ਜੋ ਦੇਸ਼ ਵਿੱਚ ਕਾਲ ਪੈਣ ਦਾ ਡਰ ਸੀ, ਉਹ ਡਰ ਨਾਸ਼ ਕੀਤਾ ਹੈ। ਕਰ ਆਵਨਤਾ ਤਤਕਾਲਕ ਸੋ। ਉਹ ਵੀ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਬੜੀ ਛੇਤੀ ਨਾਲ ਆਇਆ ਹੈ। ਬਹੁ ਭੇਟ ਲਏ ਭਟ ਭੀਰ ਵੱਡੀ। ਸਤਿਗੁਰੂ ਜੀ ਦੇ ਚਰਨਾਂ 'ਤੇ ਭੇਟ ਕਰਨ ਵਾਸਤੇ ਬਹੁਤੀਆਂ ਭੇਟਾਵਾਂ ਨਾਲ ਲਈਆਂ, ਜਿਸ ਦੇ ਨਾਲ ਸੂਰਮਿਆਂ ਦੀ, ਸਿਪਾਹੀਆਂ ਦੀ ਬੜੀ ਭਾਰੀ ਭੀੜ ਹੈ। ਸ਼ਰਧਾ ਔਰ ਆਨ ਵਧੀਕ ਗੱਡੀ। ਜਿਸ ਰਾਜੇ ਦੇ ਹਿਰਦੇ ਵਿੱਚ ਸਤਿਗੁਰਾਂ ਦੀ ਜਿਹੜੀ ਸ਼ਰਧਾ ਹੈ ਬਹੁਤ ਜ਼ਿਆਦਾ ਗੱਡੀ ਗਈ, ਭਾਵ ਸ਼ਰਧਾ ਬਹੁਤ ਜ਼ਿਆਦਾ ਵੱਧ ਗਈ। ਬਹੁਤ ਜ਼ਿਆਦਾ ਸ਼ਰਧਾ ਸਤਿਗੁਰਾਂ ਦੇ ਪ੍ਰਤੀ ਹਿਰਦੇ ਅੰਦਰ ਘਰ ਕਰ ਗਈ ਹੈ। ਕਰੁਣਾ ਕਰ ਰਾਜਤ ਥਾਏ ਜਹਾਂ। ਜਿਸ ਅਸਥਾਨ 'ਤੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਬੈਠੇ ਹੋਏ ਸਨ, ਪਹੁੰਚਿਓ ਚਿੱਤ ਚਾਹੇ ਕਰੰਤ ਤਹਾਂ। ਚਿੱਤ ਵਿੱਚ ਚਾਹਨਾ ਹੈ ਕਿ ਛੇਤੀ ਤੋਂ ਛੇਤੀ ਜਿੱਥੇ ਸਤਿਗੁਰੂ ਜੀ ਬੈਠੇ ਹਨ ਉੱਥੇ ਪਹੁੰਚ ਜਾਵਾਂ। ਮਨ ਦੀਨ ਭਇਓ ਅਸ਼ਟਾਂਗ ਕਰੀ। ਰਾਜੇ ਨੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਪਹੁੰਚ ਕਰਕੇ ਸਭ ਤੋਂ ਪਹਿਲਾਂ ਆ ਕੇ ਮਨ ਨੂੰ ਦੀਨ ਬਣਾ ਕੇ ਨਿਮਰਤਾ ਵਿੱਚ ਆ ਕੇ ਮਹਾਰਾਜ ਜੀ ਨੂੰ ਅਸ਼ਟਾਂਗ ਕੀਤੀ ਹੈ। 8 ਅੰਗ ਧਰਤੀ 'ਤੇ ਲਾ ਕਰਕੇ ਡੰਡੌਤ ਕੀਤੀ ਹੈ। ਬਹੁ ਬੈਨ ਬਿਨੈ
ਭਨ ਹਮ ਜੋ ਜਰੀ। ਜਿਸ ਰਾਜੇ ਦੇ ਵਿੱਚੋਂ ਹੰਗਤਾ ਸੜ ਚੁੱਕੀ ਹੈ, ਹੰਕਾਰ ਨਾਸ਼ ਹੋ ਗਿਆ, ਉਸਨੇ ਬਹੁਤ ਬੇਨਤੀਆਂ ਸਤਿਗੁਰੂ ਜੀ ਅੱਗੇ ਕੀਤੀਆਂ ਹਨ। ਤੁਮ ਸੰਤ ਸੰਪੂਰਨ ਜੋਤ ਕਲਾ। ਕਹਿਣ ਲੱਗਾ ਤੁਸੀਂ ਸੰਪੂਰਨ ਪੂਰੇ ਸੰਤ ਹੋ, ਜੋਤ ਕਲਾ ਅਤੇ ਪ੍ਰਤੱਖ ਕਲਾ ਵਾਲੇ ਹੋ। ਇਹ ਮੀਂਹ ਪਵਾ ਕੇ ਪ੍ਰਤੱਖ ਕਲਾ ਵਿਖਾਈ ਹੈ, ਜਾਂ ਸੰਪੂਰਨ ਕਲਾ ਦੇ ਸਹਿਤ ਹੋ। ਉਪਦੇਸ਼ ਦੀਜੈ ਨਿਜ ਹੋਏ ਭਲਾ। ਕਹਿਣ ਲੱਗਾ ਸਤਿਗੁਰੂ ਜੀ ਕਿਰਪਾ ਕਰੋ, ਆਪਣਾ ਉਪਦੇਸ਼ ਬਖਸ਼ੋ ਪਾਵਨ, ਮੇਰਾ ਭਲਾ ਹੋ ਜਾਵੇ। ਅਨਜਾਨ ਪਨੇ ਮਹਿ ਦੇਸ਼ ਸਭੈ। ਸਤਿਗੁਰੂ ਜੀ ਇਹ ਸਾਰਾ ਦੇਸ਼ ਅਣਜਾਣ ਪੁਣੇ ਵਿੱਚ, ਕਰਤਾਰ ਨਾ ਜਾਣੈ ਕੌਣ ਕਬੈ। ਇੱਥੋਂ ਦੇਸ਼ ਦੇ ਵਾਸੀ ਅਣਜਾਣ ਪੁਣੇ ਵਿੱਚ ਕਰਤਾਰ ਵਾਹਿਗੁਰੂ ਜੀ ਨੂੰ ਜਾਣਦੇ ਨਹੀਂ ਸਨ, ਕਿ ਕਰਤਾਰ ਕੌਣ ਹੈ ਤੇ ਕਿੱਥੇ ਰਹਿੰਦਾ ਹੈ, ਕਿਸ ਤਰ੍ਹਾਂ ਸਾਰਿਆਂ ਉੱਪਰ ਕਿਰਪਾ ਕਰਦਾ ਹੈ। ਬਰਖਾ ਮਗਵਾ ਜਪਤੇ ਜਬ ਹੀ। ਜਦੋਂ ਇਹਨਾਂ ਨੂੰ ਪਾਣੀ ਦੀ ਲੋੜ ਹੁੰਦੀ, ਬਰਖਾ ਦੀ ਲੋੜ ਹੁੰਦੀ, ਤੇ ਇੰਦਰ ਦਾ ਜਾਪ ਕਰਦੇ। ਬਹ ਹੋਏ ਪਕੈ ਕ੍ਰਿਸ਼ ਜੋ ਸਭ ਹੀ। ਤੇ ਜਦੋਂ ਇੰਦਰ ਦਾ ਜਾਪ ਕਰਦੇ ਫਿਰ ਬਹੁਤ ਬਰਖਾ ਹੁੰਦੀ ਤੇ ਸਾਰੀ ਖੇਤੀ ਪੱਕ ਜਾਂਦੀ। ਇਹ ਰੀਤ ਪਰੰਪਰ ਦੇਸ਼ ਵਿਖੈ। ਸਤਿਗੁਰੂ ਮਹਾਰਾਜ ਇਸ ਦੇਸ਼ ਵਿੱਚ ਇਹ ਜਿਹੜੀ ਰੀਤੀ ਮਰਿਆਦਾ ਹੈ, ਇਹ ਆਦਿ ਤੋਂ ਚੱਲੀ ਆ ਰਹੀ ਹੈ। ਤੁਮ ਆਨ ਹਟਾਵਨ ਕੀਨ ਲਖੈ। ਇਹ ਪਾਤਸ਼ਾਹ ਮਹਾਰਾਜ ਹੁਣ ਤੁਸੀਂ ਆ ਕੇ ਇਹ ਰੀਤੀ ਹਟਾ ਦਿੱਤੀ ਹੈ। ਇਹ ਰੀਤੀ ਨੂੰ ਮਾੜੀ ਸਮਝਿਆ ਕਿ ਪਰਮੇਸ਼ਰ ਨੂੰ ਛੱਡ ਕੇ ਹੋਰ ਕਿਸੇ ਦੀ ਪੂਜਾ ਕਰਨੀ। ਇਹ ਪਾਤਸ਼ਾਹ ਤੁਸੀਂ ਆ ਕੇ ਹਟਾਈ ਹੈ, ਖਤਮ ਕੀਤੀ ਹੈ। ਅਬ ਜੋ ਵਿਦ ਦੇਹੋ ਬਤਾਏ ਹਮੈ। ਸਤਿਗੁਰੂ ਜੀ ਹੁਣ ਜੋ ਤੁਸੀਂ ਪਾਵਨ ਉਪਦੇਸ਼ ਸਾਨੂੰ ਬਖਸ਼ੋਗੇ, ਮਿਲ ਸੋ ਕਰਹੀ ਅਨੁਸਾਰ ਸੋ ਮੈਂ। ਸਤਿਗੁਰੂ ਜੀ ਜਿਹੜਾ ਵੀ ਉਪਦੇਸ਼, ਜਿਹੜੀ ਵੀ ਸਿੱਖਿਆ ਆਪ ਜੀ ਦੇਵੋਗੇ, ਅਸੀਂ ਸਾਰੇ ਮਿਲ ਕੇ ਉਸੇ ਤਰ੍ਹਾਂ ਹੀ ਕਰਾਂਗੇ, ਆਪ ਜੀ ਦੇ ਅਨੁਸਾਰ ਹੀ ਰਹਾਂਗੇ। ਜਿਹ ਤੇ ਸੁਖ ਪਾਵਹਿ ਲੋਕ ਸਭੈ। ਪਾਤਸ਼ਾਹ ਜੀ ਆਪ ਜੀ ਉਪਦੇਸ਼ ਬਖਸ਼ੋਗੇ ਤੇ ਆਪ ਜੀ ਦਾ ਉਪਦੇਸ਼, ਆਪ ਜੀ ਦੀ ਸਿੱਖਿਆ ਨੂੰ ਗ੍ਰਹਿਣ ਕਰਕੇ ਇਹ ਸਾਰਾ ਦੇਸ਼, ਸਾਰੇ ਲੋਕ ਸੁਖ ਪਾਉਣਗੇ। ਪਰ ਲੋਕ ਹੈ ਹੋਏ ਅਭੈ। ਇਹ ਪਾਤਸ਼ਾਹ ਜੀ ਜੋ ਇਹਨਾਂ ਲੋਕਾਂ ਨੂੰ ਪ੍ਰਲੋਕ ਦਾ ਡਰ ਹੈ, ਉਸ ਡਰ ਤੋਂ ਵੀ ਰਹਿਤ ਹੋ ਜਾਣਗੇ। ਲੱਖ ਕੈ ਮਹਿਮਾ ਗਰਵੀ ਤੁਮਰੀ। ਰਾਜਾ ਕਹਿਣ ਲੱਗਾ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ, ਮੈਂ ਆਪ ਜੀ ਦੀ ਭਾਰੀ ਮਹਿਮਾ ਨੂੰ ਜਾਣ ਕਰਕੇ ਮਤ ਹੋਏ ਰਹੀ ਦਿੜਤਾ ਹਮਾਰੀ। ਮੇਰੀ ਜਿਹੜੀ ਹੁਣ ਮਤ ਹੈ, ਬੁੱਧੀ ਹੈ, ਇਹ ਆਪ ਜੀ ਦੇ ਚਰਨਾਂ ਵਿੱਚ ਬਹੁਤ ਪੱਕੀ ਹੋ ਗਈ। ਭਾਵ ਆਪ ਜੀ ਤੇ ਹੁਣ ਮੈਨੂੰ ਪੂਰਨ ਭਰੋਸਾ ਹੈ, ਮਤ ਪਕਿਆਈ ਹੋ ਗਈ ਹੈ, ਇਹ ਕਦੀ ਡੋਲ ਨਹੀਂ ਸਕਦੀ ਹੈ। ਸ਼ਰਧਾ ਭਰ ਵਾਕ ਸੁਨੇ ਜਬ ਹੀ। ਜਦੋਂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕਰਕੇ ਉਸ ਰਾਜੇ ਦੇ ਇਹ ਸ਼ਰਧਾ ਭਰੇ ਬਚਨ ਸੁਣੇ ਹਨ। ਪਦ ਪਾਹੁਲ ਦੇਤ ਭਏ ਤਬ ਹੀ। ਉਸ ਵਕਤ ਸਤਿਗੁਰੂ ਜੀ ਨੇ ਆਪਣੇ ਚਰਨਾਂ ਦੀ ਪਾਹੁਲ ਉਸ ਰਾਜੇ ਨੂੰ ਬਖਸ਼ੀ ਹੈ। ਉਪਦੇਸ਼ ਦਿਓ ਭਜੀਏ ਹਰਿ ਕੋ। ਚਰਨ ਪਾਹੁਲ ਰਾਜੇ ਨੂੰ ਦੇ ਕਰਕੇ ਪਾਤਸ਼ਾਹ ਜੀ ਨੇ ਆਪਣਾ ਸਿੱਖ ਕੀਤਾ
ਅਤੇ ਪਾਵਨ ਉਪਦੇਸ਼ ਬਖਸ਼ਿਆ ਕਿ ਹਰੀ ਪਰਮਾਤਮਾ ਦੇ ਨਾਮ ਨੂੰ ਜਪੋ। ਸਤ ਸੰਗਤ ਪ੍ਰੇਮ ਕਰੋ ਔਰ ਕੋ, ਅਤੇ ਹਿਰਦੇ ਦੇ ਨਾਲ ਸਤ ਸੰਗਤ ਨਾਲ ਪ੍ਰੇਮ ਕਰਨਾ। ਭਾਵ ਹਿਰਦੇ ਵਿੱਚੋਂ ਸਤ ਸੰਗਤ ਨਾਲ ਪ੍ਰੇਮ ਕਰੋ। ਇਸ਼ਨਾਨ ਕਰੋ ਇੱਕ ਜਾਮ ਨਿਸਾ। ਪਾਤਸ਼ਾਹ ਕਹਿਣ ਲੱਗੇ ਭਾਈ ਜਦੋਂ ਰਾਤ ਦਾ ਇੱਕ ਪਹਿਰ ਰਹਿ ਜਾਵੇ, ਭਾਵ 3 ਵਜੇ ਦਾ ਸਮਾਂ ਹੋ ਜਾਵੇ, ਅੰਮ੍ਰਿਤ ਵੇਲਾ ਹੋਵੇ, ਉਦੋਂ ਉੱਠ ਕੇ ਇਸ਼ਨਾਨ ਕਰਨਾ ਹੈ। ਮਿਲ ਕੀਰਤ ਕੋ ਕਰ ਲਿਓ ਰਸਾ। ਤੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਫਿਰ ਪਰਮਾਤਮਾ ਦੀ ਕੀਰਤੀ ਕਰਨੀ ਹੈ, ਵਡਿਆਈ ਕਰਨੀ ਹੈ, ਨਾਮ ਜਪਣਾ ਹੈ। ਇਸ ਤਰ੍ਹਾਂ ਤੁਸੀਂ ਕੀਰਤਨ ਦਾ ਸਵਾਦ ਲਓਗੇ, ਕੀਰਤਨ ਵਿੱਚੋਂ ਰਸ ਆਵੇਗਾ। ਧਰਮਸਾਲ ਵਿਸਾਲ ਭਲੀ ਕਰੀਏ। ਪਾਤਸ਼ਾਹ ਜੀ ਕਹਿਣ ਲੱਗੇ ਰਾਜਨ, ਇਸ ਨਗਰ ਵਿਖੇ ਇੱਕ ਬਹੁਤ ਵੱਡੀ ਧਰਮਸ਼ਾਲਾ ਬਣਾ ਦਈਏ। ਈਰਖਾ ਪਰਖਾ ਛਰ ਕੋ ਹਰੀਏ। ਤੇ ਜੋ ਈਰਖਾ ਹੈ, ਪਰਖਾ ਹਿਰਦੇ ਦੀ ਕਠੋਰਤਾ ਹੈ, ਤੇ ਜੋ ਛਲ ਕਪਟ ਹੈ, ਇਸ ਨੂੰ ਨਾਸ਼ ਕਰ ਦਈਏ। ਸਤ ਸ਼ੀਲ ਸੰਤੋਖ ਸ਼ਿਮਾ ਧਰਨੀ। ਇਹ ਜਿਹੜੇ ਮਾੜੇ ਔਗਣ ਹਨ, ਇਹਨਾਂ ਨੂੰ ਛੱਡ ਦੇਣਾ ਹੈ ਤੇ ਸਤ ਬੋਲਣਾ, ਸਤ ਪ੍ਰਤੱਗੀ ਹੋਣਾ। ਸ਼ੀਲ ਸ਼ਾਂਤ ਸੁਭਾਅ ਰੱਖਣਾ ਹੈ, ਸ਼ਾਂਤ ਰਹਿਣਾ, ਸੰਤੋਖ ਰੱਖਣਾ, ਅਤੇ ਸਾਰਿਆਂ ਨੂੰ ਜੋ ਖਿਮਾ ਕਰਨਾ ਹੈ। ਇਹ ਸ਼ੁਭ ਗੁਣਾਂ ਨੂੰ ਧਾਰਨਾ ਹੈ। ਹਰ ਲੋਲ ਪਤਾ ਕਰੁਣਾ ਕਰਨੀ। ਪਾਤਸ਼ਾਹ ਮਹਾਰਾਜ ਕਹਿਣ ਲੱਗੇ ਭਾਈ ਜੋ ਲੋਲ ਪਤਾ ਲੋਭ ਹੈ ਨਾ, ਉਸ ਦਾ ਵੀ ਨਾਸ਼ ਕਰਨਾ। ਇਸ ਤਰ੍ਹਾਂ ਸਾਰੇ ਜੀਵਾਂ ਉੱਪਰ ਦਇਆ ਕਰਨੀ ਹੈ। ਚੱਛ ਹੇਰ ਸੁਧਾਤਰ ਦੇ ਅਸਨਾ। ਪਾਤਸ਼ਾਹ ਮਹਾਰਾਜ ਕਹਿਣ ਲੱਗੇ ਰਾਜਨ, ਜੇ ਤੂੰ ਆਪਣੇ ਨੇਤਰਾਂ ਨਾਲ ਦੇਖੇ ਨਾ ਕਿ ਇਹ ਮਨੁੱਖ ਭੁੱਖਾ ਹੈ, ਭੁੱਖ ਦੇ ਸਹਿਤ ਹੈ, ਤੇ ਉਸ ਨੂੰ ਭੋਜਨ ਛਕਾਉਣਾ ਹੈ, ਭੋਜਨ ਦੇਣਾ ਹੈ। ਨਗਨਨ ਨਰ ਕੋ ਦੀਜੀਏ ਬਸਨਾ। ਅਤੇ ਜੇ ਕੋਈ ਮਨੁੱਖ ਨੰਗਾ ਹੈ ਤੇ ਉਸ ਨੂੰ ਬਸਤਰ ਭੇਟ ਕਰਨੇ ਹਨ। ਮਿਲ ਸੰਤਨ ਕਾਲ ਬਤੀਤ ਕਰੋ। ਇਸ ਤਰ੍ਹਾਂ ਭੁੱਖੇ ਨੂੰ ਭੋਜਨ, ਨੰਗੇ ਨੂੰ ਬਸਤਰ, ਇਹ ਸ਼ੁਭ ਗੁਣ ਤੋਂ ਕਰਨੇ ਹਨ। ਤੇ ਸੰਤਾਂ ਮਹਾਤਮਾਵਾਂ ਨਾਲ ਮਿਲ ਕੇ ਸਮਾਂ ਬਤੀਤ ਕਰਨਾ ਹੈ। ਭਵ ਸਾਗਰ ਕੋ ਨਿਰਸੰਸ ਤਰੋ। ਜੇ ਇਸ ਤਰ੍ਹਾਂ ਸਾਡੇ ਇਸ ਉਪਦੇਸ਼ ਦੀ ਕਮਾਈ ਕਰੇਗਾ ਤਾਂ ਤੂੰ ਸ਼ੰਕੇ ਤੋਂ ਰਹਿਤ ਸੰਸਾਰ ਸਮੁੰਦਰ ਤੋਂ ਤਰ ਜਾਵੇਂਗਾ। ਸੁਨ ਕੈ ਉਪਦੇਸ਼ ਸੋ ਨਾਮ ਸਭੈ। ਜਦੋਂ ਇਸ ਤਰ੍ਹਾਂ ਉਸਨੇ ਸਤਿਗੁਰੂ ਮਹਾਰਾਜ ਜੀ ਦੇ ਪਾਸੋਂ ਪਰਮੇਸ਼ਰ ਦੇ ਨਾਮ ਦਾ ਉਪਦੇਸ਼ ਸੁਣਿਆ ਹੈ। ਕਰ ਬੰਦਹਿ ਬੰਧਨ ਕੀਨ ਤਬੈ। ਦੋਵੇਂ ਹੱਥ ਜੋੜ ਕੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਨਮਸਕਾਰ ਕੀਤੀ ਹੈ। ਧਰਮਸਾਲ ਰਤੀ ਤਤਕਾਲ ਤਾਹਾਂ। ਸਤਿਗੁਰਾਂ ਦਾ ਬਚਨ ਮੰਨ ਕੇ ਉਸੇ ਵਕਤ ਹੀ ਰਾਜੇ ਨੇ ਇੱਕ ਬਹੁਤ ਵੱਡੀ ਸੁੰਦਰ ਧਰਮਸ਼ਾਲਾ ਬਣਵਾਈ ਹੈ। ਅਰਵਿੰਦ ਵਿਲੋਚਨ ਬੈਸ ਜਹਾਂ। ਜਿਸ ਧਰਮਸ਼ਾਲਾ ਅੰਦਰ ਕਮਲ ਸ੍ਰੀ ਕੇ ਨੇਤਰਾਂ ਵਾਲੇ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਬੈਠੇ ਹਨ। ਗੁਣ ਖਾਨ ਇਸੋ ਉਪਕਾਰ ਕਰਿਓ। ਗੁਣਾਂ ਦੀ ਖਾਨ ਨੇ ਐਸਾ ਉੱਥੋਂ ਦੇ ਲੋਕਾਂ ਉੱਪਰ ਇੱਕ ਵਾਰ ਉਪਕਾਰ ਕੀਤਾ ਹੈ। ਕਰਤਾਰ ਭਜੇ ਸਭ ਦੇਸ ਤਰਿਓ। ਕਿ ਸਾਰਿਆਂ ਨੇ ਸਤਿਗੁਰੂ ਜੀ ਦਾ ਉਪਦੇਸ਼ ਮੰਨ ਕਰਕੇ ਕਰਤਾਰ ਵਾਹਿਗੁਰੂ ਨੂੰ ਭਜਿਆ, ਉਸ ਦਾ ਨਾਮ ਜਪਿਆ ਹੈ। ਐਸਾ ਉਪਕਾਰ ਕੀਤਾ ਗੁਰੂ ਨਾਨਕ ਸਾਹਿਬ ਨੇ ਕਿ ਸਾਰੇ ਦੇਸ਼ ਨੂੰ ਤਾਰ ਦਿੱਤਾ ਹੈ। ਦਿਨ ਕੇਤਕ ਸ੍ਰੀ ਗੁਰ ਦੇਸ਼ ਤਿਸੀ।
ਕੁਝ ਕੁ ਦਿਨ ਸਤਿਗੁਰੂ ਮਹਾਰਾਜ ਉਸ ਦੇਸ਼ ਅੰਦਰ ਰਹੇ ਹਨ। ਨਾਰਕੀਨ ਉਧਾਰ ਰਹੇ ਸੋ ਜਸੀ। ਜਸ ਵਾਲੇ ਸਤਿਗੁਰੂ ਮਹਾਰਾਜ ਜੀ ਨੇ, ਜਿਨ੍ਹਾਂ ਦਾ ਭਾਰੀ ਜਸ ਸੰਸਾਰ ਅੰਦਰ ਫੈਲ ਰਿਹਾ ਹੈ, ਐਸੇ ਸਤਿਗੁਰਾਂ ਨੇ ਉੱਥੋਂ ਦੇ ਮਨੁੱਖਾਂ ਦਾ ਉਧਾਰ ਕੀਤਾ ਹੈ। ਛਿਤਪਾਲ ਪ੍ਰਜਾ ਸਭ ਆਵਤ ਹੈ। ਉੱਥੋਂ ਦਾ ਰਾਜਾ, ਸਾਰੀ ਪ੍ਰਜਾ, ਸਾਰੇ ਹੀ ਸਤਿਗੁਰਾਂ ਦੇ ਪਾਸ ਆਉਂਦੇ ਹਨ। ਪਗ ਬੰਧਨ ਕੈ ਸੁਖ ਪਾਵਤ ਹੈ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਕਮਲਾਂ ਉੱਪਰ ਨਮਸਕਾਰ ਕਰਕੇ ਸੁਖ ਪਾਉਂਦੇ ਹਨ। ਸੁਨ ਸ੍ਰੀ ਮੁਖ ਤੇ ਸੁਖਵੰਤ ਗਿਰਾ। ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਸੁਭਾਈਮਾਨ ਮੁਖ ਤੋਂ ਸੁਖ ਦੇਣ ਵਾਲੇ ਬਚਨ ਸੁਣ ਕਰਕੇ ਸਭ ਕੋ ਔਰ ਪ੍ਰੇਮ ਕੇ ਸੰਗ ਭਰਾ। ਸਾਰਿਆਂ ਦਾ ਹਿਰਦਾ ਪਰਮੇਸ਼ਰ ਦੇ ਪ੍ਰੇਮ ਦੇ ਨਾਲ ਭਰ ਗਿਆ ਹੈ। ਸਿਮਰਹਿ ਹਰਿ ਨਾਮਹਿ ਪ੍ਰੀਤ ਕਰਹਿ। ਜਿਤਨੇ ਉੱਥੋਂ ਦੇ ਲੋਕ ਹਨ, ਸਾਰੀ ਪ੍ਰਜਾ ਰਾਜੇ ਦੇ ਸਹਿਤ ਸਾਰੇ ਹੁਣ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਦੇ ਹਨ, ਪ੍ਰੀਤੀ ਕਰਦੇ ਹਨ। ਮਿਲ ਆਪਸ ਮੈਂ ਬਹੁ ਭਾਉ ਧਰੈ। ਆਪਸ ਵਿੱਚ ਮਿਲ ਕਰਕੇ ਬਹੁਤਾ ਭਾਉ ਪ੍ਰੇਮ ਧਾਰਦੇ ਹਨ। ਦੋਹਰਾ ਰਾਹ ਪੂਰਬ ਸਿੱਖ ਜੋ ਬੋਲਿਓ ਦੁਐ ਕਰ ਬੰਦ। ਜਿਹੜਾ ਸਭ ਤੋਂ ਪਹਿਲਾਂ ਜ਼ਿਮੀਂਦਾਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਸਿੱਖ ਬਣਿਆ ਸੀ, ਜਿਸ ਦੇ ਖੇਤ ਦੇ ਪਾਸ ਸਤਿਗੁਰੂ ਜੀ ਬੈਠੇ ਸਨ, ਜਿਸ ਨੂੰ ਸਭ ਤੋਂ ਪਹਿਲਾਂ ਉਪਦੇਸ਼ ਦਿੱਤਾ ਸੀ, ਉਹ ਸਿੱਖ ਦੋਵੇਂ ਹੱਥ ਜੋੜ ਕੇ ਬੋਲਿਆ ਹੈ,